हाँ जी, गुड मॉर्निंग +1 क्लास। इकनॉमिक्स का ਤੁਹਾਡਾ सब्जेक्ट है। सो चैप्टर ਅਸੀਂ ਨੈਕਸਟ ਸਟਾਰਟ ਕਰਨ ਲੱਗੇ ਆ, ਥਿਓਰੀ ਆਫ ਸੈਂਪਲਿੰਗ। ਠੀਕ ਹੈ, ਪਿਛਲਾ ਸਾਡਾ ਚੈप्टर ਸੀ ਕਲੈਕਸ਼ਨ ਆਫ ਡਾਟਾ ਜੋ ਕਿ ਕੰਪਲੀਟ ਹੋ ਚੁੱਕਾ ਹੈ। ਸੋ ਨੈਕਸਟ ਚੈप्टर ਹੈ ਥਿਓਰੀ ਆਫ ਸੈਂਪਲਿੰਗ। ਸੈਂਪਲਿੰਗ ਮਤਲਬ ਸੋ ਇਹਦੇ ਵਿੱਚ ਅਸੀਂ ਸੈਂਪਲਿੰਗ ਦੀ ਥਿਓਰੀ ਮਤਲਬ ਕਿਸ ਤਰ੍ਹਾਂ ਸੈਂਪਲਿੰਗ ਉਹਦੇ ਮੈਥਡਸ ਕੀ ਨੇ, ਕਿਹੜੀਆਂ ਦੀਆਂ ਟਾਈਪਸ ਨੇ, ਕਿਸ ਤਰ੍ਹਾਂ ਅਸੀਂ ਸੈਂਪਲ ਨੂੰ ਇਕੱਠਾ ਕਰ ਸਕਦੇ ਹਾਂ, ਉਹ ਸਾਰਾ ਅਸੀਂ ਇਹਦੇ ਵਿੱਚ ਪੜਾਂਗੇ। ਠੀਕ ਹੈ, ਸੋ ਇਹਦੇ ਵਿੱਚ ਸਭ ਤੋਂ ਪਹਿਲੇ ਸਾਡੇ ਕੋਲ ਆਏਗਾ ਸੈਂਪਲਿੰਗ ਦੇ ਵਿੱਚ ਪੋਪੂਲੇਸ਼ਨ ਦਾ ਕੰਸੈਪਟ। ਪੋਪੂਲੇਸ਼ਨ ਔਰ ਯੂਨੀਵਰਸ, ਇਹ ਸ਼ਾਰਟ ਫਾਰਮ ਲਿਖੀ ਆ, ਪੋਪੂਲੇਸ਼ਨ ਔਰ ਯੂਨੀਵਰਸ। ਪੋਪੂਲੇਸ਼ਨ ਕੀ ਹੁੰਦੀ ਆ, ਸੇਮ ਦੋਨੋਂ ਚੀਜ਼ਾਂ ਨੇ, ਜਾਂ ਯੂਨੀਵਰਸ ਕਹਿ ਸਕਦੇ ਹੋ ਜਾਂ ਪੋਪੂਲੇਸ਼ਨ ਕਹਿ ਸਕਦੇ ਹੋ। ਠੀਕ ਹੈ, ਸੋ ਅਸੀਂ ਇੱਕ ਇਕੋਨਮਿਕਸ ਦੀ ਜਿਹੜੀ ਹੈ ਡੈਫੀਨੇਸ਼ਨ ਯਾਦ ਕਰ ਲਾਂਗੇ। ਇਹ ਈਜ਼ੀ ਆ। ਅਕੋਰਡਿੰਗ ਟੂ ਹੈਮਬਰਗ, the universe may be defined total collections of items that fall within the scope of investigation। ਸੋ ਯੂਨੀਵਰਸ ਜਾਂ ਜਿਹੜੀ ਪੋਪੂਲੇਸ਼ਨ ਹੈ ਉਹਨੂੰ ਅਸੀਂ ਡਿਫਾਈਨ ਕਿਵੇਂ ਕਰ ਸਕਦੇ ਹਾਂ, ਉਹ ਸਾਰੀਆਂ ਆਈਟਮਸ ਦੀ ਕਲੈਕਸ਼ਨ ਜਿਹੜੀਆਂ ਕਿ ਸਾਡੀ ਇਨਵੈਸਟੀਗੇਸ਼ਨ ਦੇ ਸਕੋਪ ਦੇ ਅੰਡਰ ਆਉਂਦੀਆਂ ਨੇ। ਠੀਕ ਹੈ, ਉਹ ਸਾਰੇ ਨੂੰ ਅਸੀਂ ਕੀ ਮੰਨਾਂਗੇ, ਪੋਪੂਲੇਸ਼ਨ। ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਸਮਝਾਉਣ ਲੱਗੇ ਹਾਂ ਜਿਹਦੇ ਨਾਲ ਜਿਹੜਾ ਕੰਸੈਪਟ ਕਲੀਅਰ ਹੋ ਜਾਏਗਾ। ਫੋਰ ਐਗਜ਼ਾਮਪਲ, ਦੇयर ਆਰ 250 ਵਰਕਰਸ ਇਨ ਅ ਫੈਕਟਰੀ। 250 ਵਰਕਰਸ ਨੇ ਇੱਕ ਫੈਕਟਰੀ ਦੇ ਵਿੱਚ, ਤੇ ਜਿਹੜਾ ਰਿਸਰਚਰ ਆ, ਹੁਣ ਸੈਂਪਲਿੰਗ ਦੇ ਵਿੱਚ ਇਹ ਸਾਰੀ ਥਿਊਰੀ ਰਿਸਰਚਰਸ ਹੀ ਕਲੈਕਟ ਕਰਦੇ ਨੇ ਇਨਫੋਰਮੇਸ਼ਨ। ਸੋ ਰਿਸਰਚਰ ਕਲੈਕਟ ਇਨਫੋਰਮੇਸ਼ਨ ਅਬਾਊਟ ਇਨਕਮ ਐਂਡ ਐਕਸਪੈਂਡੀਚਰ ਫਰੋਮ ਆਲ ਵਰਕਰਸ। ਹੁਣ ਉਹਨੇ ਸਾਰੇ ਵਰਕਰਸ ਦਾ ਖਰਚਾ ਤੇ ਉਹਨਾਂ ਦੀ ਆਮਦਨ ਦੀ ਇਨਫੋਰਮੇਸ਼ਨ ਕਲੈਕਟ ਕਰਨੀ ਆ, ਤਾਂ ਉਹ ਸਾਰੇ 250 ਵਰਕਰਸ ਉਹਦੇ ਲਈ ਕੀ ਹੋਣਗੇ, ਪੋਪੂਲੇਸ਼ਨ। ਠੀਕ ਹੈ, ਪੋਪੂਲੇਸ਼ਨ ਦੇ ਵਿੱਚ ਇਟ ਮੀਨਸ ਇਹ ਨਹੀਂ ਲੈਣਾ ਕਿ ਸਾਰੀ ਕੰਟਰੀ ਦੀ ਜਨਸੰਖਿਆ, ਉਹਦੇ ਵਾਸਤੇ ਪੋਪੂਲੇਸ਼ਨ ਕਿੰਨੀ ਆ, 250 ਵਰਕਰਸ ਉਹਦੀ ਪੋਪੂਲੇਸ਼ਨ। ਸੋ ਜਿੰਨਾ ਤੁਹਾਡਾ ਆਪਣਾ ਇਨਵੈਸਟੀਗੇਸ਼ਨ ਦਾ ਸਾਈਜ਼ ਆ, ਉਹ ਸਾਰਾ ਤੁਹਾਡੇ ਲਈ ਕੀ ਹੋਏਗੀ, ਤੁਹਾਡੀ ਪੋਪੂਲੇਸ਼ਨ। ਕਲੀਅਰ ਆ ਬੇਟਾ। ਸੋ ਅਕੋਰਡਿੰਗ ਟੂ ਹੈਮਬਰਗ ਦੀ ਅਸੀਂ ਡੈਫੀਨੇਸ਼ਨ ਕੀਤੀ ਆ, ਈਜ਼ੀ ਡੈਫੀਨੇਸ਼ਨ ਆ, ਐਗਜ਼ਾਮਪਲ ਦੇ ਕੇ ਤੁਸੀਂ ਸਮਝਾ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਸਾਡੇ ਕੋਲ ਟਾਈਪਸ ਆਉਂਦੀਆਂ ਨੇ ਕਿ ਪੋਪੂਲੇਸ਼ਨ ਜਾਂ ਯੂਨੀਵਰਸ ਨੂੰ ਅਸੀਂ ਕਿਸ ਟਾਈਪ ਦੇ ਵਿੱਚ ਡਿਫਾਈਨ ਕਰ ਸਕਦੇ ਹਾਂ, ਫਿਨਾਈਟ ਔਰ ਇਨਫਿਨਾਈਟ, ਰੀਅਲ ਔਰ ਹਾਈਪੋਥੈਟੀਕਲ। ਫਿਨਾਈਟ ਮੀਨਸ ਜਿਨ੍ਹਾਂ ਨੂੰ ਅਸੀਂ ਕਾਊਂਟ ਕਰ ਸਕਦੇ ਹਾਂ। ਠੀਕ ਹੈ, ਕਾਊਂਟੇਬਲ ਗੁੱਡਸ ਇਹਦੇ ਵਿੱਚ ਆਉਣਗੇ, ਕਾਊਂਟੇਬਲ ਐਲੀਮੈਂਟਸ ਆਉਣਗੇ, ਉਹ ਸਾਰੇ ਆਉਣਗੇ ਫਿਨਾਈਟ ਯੂਨੀਵਰਸ ਦੇ ਵਿੱਚ। ਠੀਕ ਹੈ, ਫੋਰ ਐਗਜ਼ਾਮਪਲ ਸਟੂਡੈਂਟ ਆਫ ਅ ਕਾਲਜ ਦੇ ਵਿੱਚ ਸਟੂਡੈਂਟਸ ਹੈ, ਉਹਨਾਂ ਨੂੰ ਕਾਊਂਟ ਕਰ ਸਕਦੇ ਹਾਂ। ਇਟ ਮੀਨਸ ਉਹ ਕੀ ਆ, ਫਿਨਾਈਟ ਯੂਨੀਵਰਸ ਆ। ਇਨਫਿਨਾਈਟ ਦੀ ਐਗਜ਼ਾਮਪਲ ਜੇ ਦੇਣੀ ਹੋਵੇ ਤੇ ਨੰਬਰ ਆਫ ਹੇਅਰਸ ਇਨ ਅ ਹਿਊਮਨ ਬੋਡੀ। ਸੋ ਹੇਅਰਸ ਨੂੰ ਅਸੀਂ ਕਾਊਂਟ ਨਹੀਂ ਕਰ ਸਕਦੇ, ਇਟ ਇਜ਼ ਅ ਇਨਫਿਨਾਈਟ, ਤੇ ਫਿਨਾਈਟ ਦੇ ਵਿੱਚ ਅਸੀਂ ਨੰਬਰ ਆਫ ਸਟੂਡੈਂਟਸ ਲੈ ਲਏ। ਨੈਕਸਟ ਵੀ ਹੈਵ ਦਾ ਰੀਅਲ ਐਂਡ ਹਾਈਪੋਥੈਟੀਕਲ ਯੂਨੀਵਰਸ। ਰੀਅਲ ਯੂਨੀਵਰਸ ਮੀਨਸ ਜਿਹੜਾ ਕਿ ਐਗਜ਼ਿਸਟ ਹੁੰਦਾ, ਜਿਹੜਾ ਫਿਜ਼ੀਕਲ ਫਾਰਮ 'ਚ, ਨਿਊਮੈਰੀਕਲ ਫਾਰਮ ਤੇ ਲੌਜੀਕਲ ਫਾਰਮ 'ਚ ਹੋਏਗਾ, that is a real universe। ठीक है, number of scholarship holders, number of basket contain oranges, ये सारे की है ਰੀਅਲ ਆ, ਇਹਨਾਂ ਨੂੰ ਅਸੀਂ ਕਾਊਂਟ ਕਰ ਸਕਦੇ ਹਾਂ। ਇਹ ਫਿਜ਼ੀਕਲ ਫਾਰਮ 'ਚ ਹੈ, ਇਹ ਦਿਖਾਈ ਦੇ ਰਿਹਾ। ਠੀਕ ਹੈ, ਹਾਈਪੋਥੈਟੀਕਲ ਮੀਨਸ that is not do not exist, ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ। ਸੋ ਹਾਈਪੋਥੈਟੀਕਲ ਯੂਨੀਵਰਸ ਇਨਵੈਸਟੀਗੇਸ਼ਨ ਦੇ ਅੰਡਰ ਸਾਡੇ ਕੋਲ ਨਹੀਂ ਆਉਂਦਾ। ਸੋ ਇਹ ਸਾਡੇ ਕੋਲ ਸੀ ਟਾਈਪਸ ਜਿਹਦੀਆਂ ਯੂਨੀਵਰਸ ਦੀਆਂ, ਪੋਪੂਲੇਸ਼ਨ ਦੀਆਂ, ਜੋ ਕਿ ਮੈਂ ਸਮਝਾ ਦਿੱਤਾ ਕਿ ਪੋਪੂਲੇਸ਼ਨ ਕੀ ਹੁੰਦੀ ਆ ਤੇ ਯੂਨੀਵਰਸ ਕੀ ਹੁੰਦੀ ਆ। ਠੀਕ ਹੈ ਬੇਟਾ। ਸੋ ਥਿਓਰੀ ਆਫ ਸੈਂਪਲਿੰਗ ਦੇ ਵਿੱਚ ਅਸੀਂ ਫਸਟ ਆਫ ਆਲ ਉਹਦੀ ਡੈਫੀਨੇਸ਼ਨ ਦੇਖੀ ਆ, ਯੂਨੀਵਰਸ ਕੀ ਆ ਤੇ ਪੋਪੂਲੇਸ਼ਨ ਕੀ ਆ, ਜੋ ਕਿ ਕੰਸੈਪਟ ਸਾਡਾ ਬਾਰ-ਬਾਰ ਚੱਲਣਾ। ਸੋ ਇਹਦੇ ਵਾਸਤੇ ਡੈਫੀਨੇਸ਼ਨ ਦਾ ਕਲੀਅਰ ਹੋਣਾ ਜ਼ਰੂਰੀ ਹੈ। ਸੋ ਉਸ ਤੋਂ ਬਾਅਦ ਸਾਡੇ ਕੋਲ ਆਉਂਦੇ ਨੇ ਮੈਥਡਸ। ਸੈਂਪਲਿੰਗ ਦੇ ਇਕੱਠੇ ਕਰਨ ਦੇ ਮੈਥਡ ਕਿਹੜੇ ਨੇ। ਫਸਟ ਇਜ਼ ਅ ਸੈਂਸਸ ਮੈਥਡ, ਉਹਨੂੰ ਕੰਪਲੀਟ ਇਨਿਊਮਰੇਸ਼ਨ ਮੈਥਡ ਵੀ ਕਹਿੰਦੇ ਆ, ਸੈਂਸਸ ਮੈਥਡ। ਸੈਂਸਸ ਮੈਥਡ ਦੇ ਵਿੱਚ ਕੀ ਹੋਏਗਾ, ਇਹਨੂੰ ਅਸੀਂ ਅੱਗੋਂ ਫਰਦਰ ਚੰਗੀ ਤਰ੍ਹਾਂ ਪੜਾਂਗੇ, ਇਹਦੀਆਂ ਮੈਰਿਟਸ ਡੀਮੈਰਿਟਸ ਪੜਾਂਗੇ। ਤੇ ਸੈਂਸਸ ਮੈਥਡ ਦੇ ਵਿੱਚ ਸ਼ਾਰਟਲੀ ਦੱਸਣ ਲੱਗੇ ਹਾਂ ਕਿ ਜਿਵੇਂ ਕਿ ਕੰਪਲੀਟ ਕਿਸੇ ਚੀਜ਼ ਦੀ ਸਟੱਡੀ ਕਰਨੀ ਆ, ਹਰ ਇੱਕ ਆਈਟਮ ਨੂੰ, ਹਰ ਇੱਕ ਐਲੀਮੈਂਟ ਨੂੰ ਲੈਣਾ, ਡੈਟ ਇਜ਼ ਅ ਸੈਂਸਸ ਮੈਥਡ। ਸੈਂਪਲ ਸਰਵੇ ਮੈਥਡ ਕਿਹੜਾ, ਕਿਸੇ ਚੀਜ਼ ਦਾ ਸੈਂਪਲ ਲੈ ਕੇ ਉਹਦਾ ਸਰਵੇ ਕਰਨਾ, ਡੈਟ ਇਜ਼ ਅ ਸੈਂਪਲ ਸਰਵੇ ਮੈਥਡ। ਠੀਕ ਹੈ ਬੇਟਾ। ਸੋ ਅੱਗੇ ਆਪਾਂ ਟੌਪਿਕ ਦੇ ਵਿੱਚ ਸੈਂਸਸ ਮੈਥਡ ਨੂੰ ਚੰਗੀ ਤਰ੍ਹਾਂ ਪੜ੍ਹਦੇ ਹਾਂ। हाँ जी बेटा, जिस तरह ਅਸੀਂ ਟਾਈਪਸ ਕੀਤੀਆਂ ਨੇ ਦੋਨੋਂ ਮੈਥਡਸ ਤੁਹਾਨੂੰ ਦੱਸੇ ਆ, ਸੈਂਸਸ ਤੇ ਸੈਂਪਲ ਸਰਵੇ ਮੈਥਡ। ਉਹ ਜਿਹਤੋਂ ਫਸਟ ਸਾਡੇ ਕੋਲ ਹੈਗਾ ਸੈਂਸਸ ਮੈਥਡ, ਜਿਹਨੂੰ ਕਹਿੰਦੇ ਆ ਕੰਪਲੀਟ ਇਨਿਊਮਰੇਸ਼ਨ ਮੈਥਡ।
ठीक है। उसकी डेफिनेशन देखेंगे, रेफर टू द स्टडी ऑफ ऑल द आइटम इन द पॉपुलेशन इन अ सेंसस मैथड, द इंटायर पॉपुलेशन इन इन्वेस्टिगेटेड। सो ये की होंगे, सारिया आइटम्स पॉपुलेशन दियाँ उन्होंने हर एक नू स्टडी किया जाता, ठीक है। कोई भी आइटम नू छड्ड नहीं सकते ये असी। सो ये असी इन्वेस्टिगेशन च एंटायर पॉपुलेशन लेने, जेकर 250 है वर्करस है तो 250 के 250 ही लाए जाएंगे, ना कि उन्होंने एक दो का सैंपल लिया जाएगा, ठीक है। सो ये साढ़े को होंगे सेंसस मैथड। दिस मैथड इज़ ऑल्सो नोन एज अ कंप्लीट काउंट। कंप्लीट काउंट का मतलब यही है कि हर एक चीज़ नू काउंट किया जाए, ईच एंड एवरी आइटम इन द इन्वेस्टिगेशन, ठीक है। डू नॉट स्किप एनीथिंग इन द इन्वेस्टिगेशन। फॉर एग्जाम्पल, एवरेज मंथली इनकम ऑफ वर्कर इन अ फैक्ट्री, दिस इज़ एग्जाम्पल ऑफ सेंसस मैथड, कि असी अपना किसी फैक्ट्री दे विच एवरेज मंथली इनकम देखनी है। मंथली इनकम हर एक वर्कर की उहदी स्टडी के हिसाब नाल, उहदी एक्सपीरियंस के हिसाब नाल उहदी इनकम होएगी। इट मीनस सानू हर एक दी इनकम की इन्वेस्टिगेशन करनी पेगी। सो ये एग्जाम्पल सी सेंसस मैथड दी, ठीक है। सो सेंसस मैथड नूं होर की कहंदे आ, कंप्लीट एन्यूमरेशन मैथड और अ कंप्लीट काउंट। सो उस तो बाद साडे कोल आंदी है स्टडीज़, इहदी मैरिट्स। मैरिट्स दियां विशेषतावां, मतलब उहदे विच की वधिया चीज़ां वा, कि इंटैंसिव स्टडी। फस्ट की है इंटैंसिव स्टडी, मतलब कि डीपली स्टडी कर सकते हैं। जदों असी इन्वेस्टिगेशन की ईच एंड एवरी आइटम लवांगे, इट मीनस असी स्टडी डीपली कर रहे हैं। इट मीनस एक इंटैंसिव स्टडी है, ये मैरिट है फस्ट। सैकेंड इज़ अ रिलायबिलिटी, एक्यूरेसी कह सकते हैं, कि एक्यूरेट होएगा जदों असी एवरी यूनिट नू, यूनीवर्स की एवरी यूनिट नू स्टडी किया है। इट मीनस वो रिलायबल भी होएगा तो एग्जामिन करने दे विच ओहदी एक्यूरेसी ज़्यादा होएगी। थर्ड, फ्री फ्रॉम बायस। फ्री फ्रॉम बायस मतलब कि इन्वेस्टिगेशन के दौरान किसी भी यूनिट नू छड्डिया नहीं गया, बायस तो फ्री आए, कि कोई किसी मतलब ये नहीं कह सकते कि वर्करस की जैसी गल करते पे कि असी लो लैवल की इनकम वाले काउंट नहीं किया, या हाई लैवल वाली इनकम नू असी ऐड नहीं किया, असी हर एक दी इनकम नू ऐड किया। सो दैट इज़ अ फ्री फ्रॉम बायस। नैक्सट वी हैव द मैरिट हैट्रोजीनियस पॉपुलेशन। हैट्रोजीनियस मतलब डिफरेंट। जो पॉपुलेशन का साइज डिफरेंट होएगा, इट मीनस हर एक यूनिट नू इन्वेस्टिगेट करना पेगा। सो ये विशेषता है कि जो पॉपुलेशन यूनीवर्स साडी हैट्रोजीनियस होएगी, सो वो ये सब तो सूटेबल साड़ा मैथड होएगा सेंसस मैथड, ठीक है। यूजफुल इन ए कॉम्पलैक्स इन्वेस्टिगेशन। हुण कॉम्प्लीकेटेड इन्वेस्टिगेशन होएगी, इट मीनस सानू हर एक यूनिट नू देखना पेगा, ठीक है। किसी भी यूनिट नू असीं छड्ड नहीं सकते। सो कंपलैक्स इन्वेस्टिगेशन दे विच भी साडे कोल ये मैथड यूजफुल आ। नैक्सट वी हैव द डीमैरिट्स। हुण डीमैरिट्स की होणगियां सेंसस मैथड दियां, जदों असीं कंप्लीट पॉपुलेशन नू लैके चलांगे, इट मीनस वो एक्सपेंसिव होएगी, महंगी बहुत ज़्यादा होएगी, टाइम पीरियड बहुत ज़्यादा लगेगा ते खर्चा ज़्यादा आएगा, क्योंकि हर एक यूनिट नू इन्वेस्टिगेट किया गया है। सैकेंड डीमैरिट की है, टाइम कंज्यूमिंग। किसी चीज़ की डीपली स्टडी करन ते टाइम बहुत ज़्यादा लगेगा, इट मीनस एक ही है टाइम कंज्यूमिंग है। थर्ड वी हैव द मोर एडमिनिस्ट्रेटिव कंट्रोल। सो सेंसस मैथड के उत्ते हर एक पॉपुलेशन का, हर एक साइज का पूरी इन्वेस्टिगेशन की जाती है। इट मीनस वो वास्ते सानू वर्करस की भी ज़्यादा जरूरत होएगी, तो पिछों सानू एडमिनिस्ट्रेटिव कंट्रोल की भी बहुत जरूरत होएगी। नैक्सट वी हैव द इनफिनाइट पॉपुलेशन। इनफिनाइट पॉपुलेशन जो कि साइज एक्सट्रीमली लार्ज हो या उन्होंने गिनती नहीं की जा सकती, उस टाइम पर ये मैथड साढ़े कोल काम नहीं करेगा। इनफिनाइट पॉपुलेशन असी काउंट नहीं कर सकांगे, बहुत ज़्यादा एक्सपेंसिव होएगी, बहुत ज़्यादा टाइम कंज्यूमिंग होएगी। नैक्सट वी हैव द डीमैरिट पेरिशेबल आइटम्स। पेरिशेबल आइटम्स मतलब नाशवान वस्तुआं जिहड़ियां कि खत्म हो जांदियां ने, उन्होंने असी काउंट नहीं कर सकते, वो मैथड इत्थे यूजफुल नहीं है। हुण पेरिशेबल आइटम्स दे विच जिवें कि क्रैकर्स ही जेकर सर्वे मतलब उन्होंने इन्वेस्टिगेशन करने नूं कहा जाए तो असी कंप्लीट एन्यूमरेशन मैथड लगा ही नहीं सकते। क्यों? क्योंकि हर एक करैक्टर नूं चला के देखांगे, इट मीनस हो कि पेरिशेबल खत्म हो जाएंगे, ठीक है। सो इस वाले ते साडे कोल जिहड़ी इन्वेस्टिगेशन नहीं की जा सकती सेंसस मैथड के दौरान पेरिशेबल आइटम्स से, ठीक है बेटा। सो साडे कोल एग्जाम्पल सेंसस मैथड की की आ कि इंडिया दे विच पॉपुलेशन की काउंट किस तरह होंदी है सेंसस मैथड दे नाल।
ठीक है। सो ये मेन एग्जाम्पल है साढ़े कोल कि इत्थे पॉपूलेशन दे हर एक मतलब इंटायर पॉपूलेशन दी इन्वेस्टिगेशन किहदे अंडर आंदी है साढ़े कोल सेंसस मैथड दे विच। क्लीयर है बेटा। सो ये साडा अज दा टॉपिक सी सेंसस मैथड द थ्योरी ऑफ सैंपलिंग चैप्टर दे विच, जो कि असी फस्ट टाइप कीती है दी सेंसस मैथड। सैकेंड टॉपिक है जो असी करांगे उहदे विच असी करांगे सैंपल सर्वे मैथड ते ओहदियां मैरिट डीमैरिट देखांगे। ठीक है बेटा। ओके, थैंक यू।